ਗੁੱਡ ਮਾਰਨਿੰਗ ਸਟੂਡੈਂਟਸ। ਸੋ ਅਸੀਂ ਕੱਲ ਅਰਥਮੈਟਿਕ ਪ੍ਰੋਗਰੈਸ਼ਨ ਚੈਪਟਰ ਕਰ ਰਹੇ ਸੀਗੇ ਸਕੂਲ ਦੇ ਵਿੱਚ, ਤੇ ਉਹਦੇ ਰਿਲੇਟਡ ਆਪਾਂ 5.1 ਕਰ ਲਈ ਸੀਗੀ, ਤੇ ਅੱਗੇ ਹੁਣ ਆਪਾਂ ਅੱਜ 5.2 ਦੇ ਕੱਲ ਐਗਜ਼ਾਮਪਲਸ ਡਿਸਕਸ ਕੀਤੀਆਂ ਸਕੂਲ ਦੇ ਵਿੱਚ 4th ਐਂਡ 5th। ਤੇ ਹੁਣ ਅੱਜ ਆਪਾਂ 5.2 ਦੇ ਤੁਹਾਨੂੰ ਦੱਸਦਾ ਸੀਗਾ ਵੀ ਜਿਹੜੇ ਫਸਟ ਕੁਐਸਚਨ ਤੇ ਸੈਕਿੰਡ ਤੇ ਥਰਡ ਈਜ਼ੀ ਆ ਬਹੁਤ, ਤੇ ਖੁਦ ਤੁਸੀਂ ਕਰ ਲਿਓ। ਤੇ ਇਸ ਤੋਂ ਬਾਅਦ ਨੈਕਸਟ ਹੈ ਜਿਹੜਾ 4th ਕੁਐਸਚਨ, ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਕੁਐਸਚਨ ਕਰਵਾਉਣ ਜਾ ਰਿਹਾ, ਸੋ ਧਿਆਨ ਨਾਲ ਦੇਖਿਓ। ਸੋ ਕੁਐਸਚਨ ਆਪਣਾ ਕੀ ਸੀਗਾ, ਵਿਚ ਟਰਮ ਆਫ ਦੀ AP 3, 8, 13, 18 ਅਪ ਟੂ ਇਜ਼ 78। ਉਹ ਕਹਿੰਦੇ ਵੀ ਕਿਹੜੀ ਟਰਮ ਹੈ AP ਦੀ ਜਿਹੜੀ 3, 8, 13, 18 ਇਹ AP ਸੀਰੀਜ਼ ਆ ਉਹਦੇ ਵਿੱਚ 78 ਜਾ ਕੇ ਹੋਊਗੀ। ਸੋ ਗਿਵਨ ਆਪਾਂ ਨੂੰ ਕੀਤਾ ਹੋਇਆ 3, 8, 13, 18 ਤੇ ਇਹ ਆਪਣੀ AP ਸੀਰੀਜ਼ ਆ। ਤੇ ਇਸ ਇੱਥੇ ਆਪਾਂ ਕੀ ਕਰਾਂਗੇ, ਇਹ nth ਟਰਮ ਆ ਜਿਹੜੀ ਉਹਨੂੰ ਕੀ ਲਵਾਂਗੇ, ਕਿਉਂਕਿ ਇਹ ਕਿਸੇ nth ਟਰਮ ਨੰਬਰ 'ਤੇ 78 ਆ ਜਿਹੜੀ, ਉਹਨੂੰ ਜੋ ਆਪਾਂ ਨੂੰ ਕਿਹਾ ਵੀ ਇਹ ਟਰਮ ਆ ਜਿਹੜੀ ਉਹ ਕਿਹੜੇ ਨੰਬਰ 'ਤੇ ਆਊ 78 ਆ ਜਿਹੜੀ, ਉਹਨੂੰ ਆਪਾਂ ਲੈਟਾ ਕੀ ਕਰਕੇ ਚੱਲਦੇ ਹੁੰਦੇ ਆ ਵੀ ਉਹ ਕੀ ਇੱਕ nth ਟਰਮ ਆ ਜਿਹਨੂੰ L ਕਹਿ ਸਕਦੇ ਹਾਂ। L ਮੀਨਸ ਕਿ ਇੱਕ ਲਾਸਟ ਟਰਮ। ਤਾਂ ਉੱਥੇ ਇਸ ਤੋਂ ਬਾਅਦ ਆਪਾਂ ਕੀ ਫਾਈਂਡ ਆਊਟ ਕਰਦੇ ਹੁੰਦੇ ਹਾਂ, AP ਸੀਰੀਜ਼ ਦਾ ਕਾਮਨ ਡਿਫਰੈਂਸ ਫਾਈਂਡ ਆਊਟ ਕਰਦੇ ਹੁੰਦੇ ਹਾਂ। A2 - A1, 8 ਦੇ ਵਿੱਚੋਂ ਕੀ 3 ਮਾਈਨਸ ਹੋ ਗਿਆ, ਆਨਸਰ ਕਿੰਨਾ ਆ ਗਿਆ ਆਪਣਾ 5। ਸੋ ਇਹ ਆਪਣੀ nth ਟਰਮ ਆ ਜਿਹੜੀ ਕੋਈ ਕਿਸੇ ਆਪਾਂ nth ਟਰਮ ਦੇ ਉੱਤੇ ਫਾਈਂਡ ਕਰਨੀ ਹੈ ਵੀ 78 ਆ ਜਿਹੜੀ ਉਹ ਕਿੰਨੇਵੇਂ ਨੰਬਰ 'ਤੇ ਟਰਮ ਆਉਂਦੀ ਹੈ ਇਹ AP ਸੀਰੀਜ਼ ਦੇ ਵਿੱਚ। ਸੋ AN ਆ ਜਿਹੜੀ ਉਹ ਆਪਣਾ ਫਾਰਮੂਲਾ nth ਟਰਮ ਫਾਰਮੂਲਾ ਕੀ ਹੁੰਦਾ, AN = A + n - 1D। anth ਆਪਣੀ ਕਿੰਨੀ 78 ਆ। ਸੋ ਇਸ ਤੋਂ ਬਾਅਦ ਆਪਾਂ ਕਿੰਨੀ 3 ਦਿੱਤੀ ਹੋਈ ਆਪਾਂ ਨੂੰ, ਫਸਟ ਟਰਮ ਆਪਾਂ ਮੰਨਦੇ ਹੁੰਦੇ ਹਾਂ A + n - 1D। ਇਹ ਆਪਣਾ ਕੀ nth ਟਰਮ ਫਾਰਮੂਲਾ, n ਆਪਾਂ ਨੂੰ ਪਤਾ ਨਹੀਂ ਹੈ, n ਆਪਾਂ ਫਾਈਂਡ ਆਊਟ ਕਰਨੀ ਆ। ਸੋ D ਆਪਣੀ ਕਿੰਨੀ ਆ 5 ਆ। ਸੋ nth ਟਰਮ ਆਪਾਂ ਨੂੰ ਜਿਹੜੀ 78 ਫਾਈਂਡ ਕਰਨੀ ਵੀ ਕਿੰਨਵੇਂ ਨੰਬਰ 'ਤੇ ਹੋਊਗੀ AP ਸੀਰੀਜ਼ ਦੇ ਵਿੱਚ। ਸੋ ਇਸ ਤੋਂ ਬਾਅਦ ਆਪਾਂ 3 ਉੱਧਰ ਜਾ ਕੇ ਮਾਈਨਸ ਹੋ ਗਿਆ, ਮਾਈਨਸ ਕਰਕੇ ਆ ਐਜ਼ ਇਟ ਹੋ ਗਿਆ n - 1, 5 ਐਜ਼ ਇਟ ਉਤਾਰ ਲਿਆ। ਸੋ 78 ਦੇ ਵਿੱਚੋਂ 3 ਮਾਈਨਸ ਕੀਤੇ 75 ਆ ਗਿਆ। ਸੋ 5 ਇਹਦੇ ਦੇ ਨੀਚੇ ਲੈ ਕੇ ਕੈਂਸਲ ਆਊਟ ਕਰਤਾ n - 1। ਸੋ ਇੱਥੇ n ਦੀ ਵੈਲਿਊ ਆਪਾਂ ਨੂੰ ਕਿੰਨੀ 16 ਫਾਈਂਡ ਆਊਟ ਹੋਊਗੀ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ, ਤੁਹਾਡਾ ਬੁੱਕ ਦੇ ਵਿੱਚ ਇਹ ਹੈਗਾ ਨੈਕਸਟ ਕੁਐਸਚਨ, ਫਾਈਂਡ ਦੀ ਨੰਬਰ ਆਫ ਟਰਮਸ ਇਨ ਈਚ ਆਫ ਦੀ ਫੋਲੋਇੰਗ AP। ਤੁਹਾਡੇ ਲਈ 2 ਸੀਰੀਜ਼ ਦਿੱਤੀਆਂ ਹੋਈਆਂ ਨੇ, ਇਹਨਾਂ ਦੇ ਵਿੱਚ ਆਪਾਂ ਫਾਈਂਡ ਕੀ ਕਰਨਾ, ਨੰਬਰ ਆਫ ਟਰਮਸ ਇਨ ਈਚ, ਹਰੇਕ ਸੀਰੀਜ਼ ਦੇ ਵਿੱਚ AP ਸੀਰੀਜ਼ ਦੇ ਵਿੱਚ ਕਿੰਨੀਆਂ ਨੰਬਰ ਆਫ ਟਰਮਸ ਨੇ ਉਹ ਆਪਾਂ ਫਾਈਂਡ ਕਰ। ਸੋ ਇੱਥੇ ਸੇਮ ਐਜ਼ ਇਟ ਮੈਂ ਸਾਰਾ ਕੁਐਸਚਨ ਸਟੇਟਮੈਂਟ ਉਤਾਰ ਕੇ ਉਹਦਾ ਸੋਲਵ ਕੀਤਾ ਹੋਇਆ। ਇਸ ਤੋਂ ਬਾਅਦ ਜਿਹੜੀ ਮੈਂ ਫਸਟ ਤੁਸੀਂ ਆਲਰੇਡੀ ਕਰ ਲੈਣਾ ਕਿਉਂਕਿ ਈਜ਼ੀ ਆ, ਮੈਂ ਸੈਕਿੰਡ ਚੂਜ਼ ਕਰ ਰਿਹਾ ਕਿਉਂਕਿ ਇਹਦੇ ਵਿੱਚ ਥੋੜ੍ਹਾ ਜਿਹਾ ਮਿਕਸਡ ਫਰੈਕਸ਼ਨ ਹੋਣ ਕਰਕੇ ਮੈਂ ਚਲੋ ਇਹ ਸੋਲਵ ਕਰਵਾ ਦੇਣਾ। ਇਹ ਆਪਣੇ ਲਵੇ AP ਸੀਰੀਜ਼ ਦੇ ਵਿੱਚ ਕਿੰਨੀ ਆ 18 ਆ, ਫਸਟ ਟਰਮ ਹੈ ਜਿਹੜੀ ਕਾਮਨ ਡਿਫਰੈਂਸ A2 - A1 ਸੋਲਵ ਕਰਦੇ ਹੁੰਦੇ ਹਾਂ। ਮਿਕਸਡ ਫਰੈਕਸ਼ਨ ਨੂੰ ਆਪਾਂ ਸੋਲਵ ਕਰਕੇ ਸਿੰਪਲ ਫਰੈਕਸ਼ਨ ਦੇ ਵਿੱਚ ਲਿਆਉਣਾ 31/2 -18 ਸੋਲਵ ਕਰਕੇ D ਦੀ ਵੈਲਿਊ ਕਿੰਨੀ ਆ ਗਈ -5/2। ਇਹ nth ਆਪਣਾ ਕਿੰਨਾ ਗਿਵਨ ਸੀ, ਉਹੀ ਕਹਿੰਦਾ -47 ਵੀ nth ਟਰਮ ਦੇ ਜਾ ਕੇ ਜਿਹੜੀ ਵੈਲਿਊ ਲਾਸਟ ਦੇ ਵਿੱਚ ਆ ਰਹੀ ਸੀ nth ਵੈਲਿਊ ਉਹ ਆਪਣੀ -47 ਹੈ, ਜਿਹਨੂੰ ਆਪਾਂ L ਵੀ ਲਿਖ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਕੀ ਕੀਤਾ, nth ਟਰਮ ਫਾਰਮੂਲਾ ਲਗਾ ਕੇ ਜਰਨਲ ਟਰਮ ਫਾਰਮੂਲਾ ਕਹਿ ਲਓ ਤੁਸੀਂ, -47 = 18 + n - 1 ਤੇ D ਦੀ ਵੈਲਿਊ -5/2 ਭਰਤੀ। ਸੋ 18 ਇੱਧਰ ਆ ਕੇ ਜਦੋਂ ਸੋਲਵੇਸ਼ਨ ਕੀਤੀ ਤਾਂ ਕਿੰਨਾ ਆ ਗਿਆ -65 ਆ ਗਿਆ, n - 1 -5/2। ਸੋ ਇੱਥੇ 2 ਆ ਜਿਹੜਾ ਇੱਧਰ ਕ੍ਰੋਸ ਮਲਟੀਪਲਾਈ ਹੋਇਆ 5 ਇਹਦੇ ਨੀਚੇ ਆ ਗਿਆ, ਕ੍ਰੋਸ ਮਲਟੀਪਲਾਈ ਕਰਨ ਤੋਂ ਬਾਅਦ ਇਹ ਕੈਂਸਲ ਆਊਟ ਹੋ ਕੇ 26 = n - 1 ਬਣ ਗਿਆ। n ਦੀ ਵੈਲਿਊ ਵਟ ਡੂ ਵੀ ਗੈਟ, ਸੋ ਕੀ ਗੈਟ ਕੀਤੀ ਆਪਾਂ 27 ਗੈਟ ਕੀਤੀ ਹੈ। ਸੋ ਇਸਦਾ ਮਤਲਬ ਕੀ ਹੋਇਆ ਵੀ 27th ਨੰਬਰ ਆਫ ਟਰਮਸ ਸੀ ਇਸ AP ਦੇ ਵਿੱਚ, ਜਿਹਦੇ ਵਿੱਚ ਐਂਡ 'ਤੇ ਜਾ ਕੇ ਆਪਣੇ ਲਵੇ ਕੀ ਆ ਰਿਹਾ ਸੀ, ਇਹ 40 - 47 ਆ ਰਿਹਾ ਸੀਗਾ। ਇਸ ਤੋਂ ਬਾਅਦ ਨੈਕਸਟ ਚੈੱਕ ਵੈਦਰ -150 ਇਜ਼ ਅ ਟਰਮ ਆਫ ਦੀ AP। ਇਸ AP ਦੇ ਵਿੱਚ -50 ਜਿਹੜੀ ਟਰਮ ਆਪਾਂ ਚੈੱਕ ਕਰਨੀ ਹੈ ਵੀ ਅੱਗੇ ਜਦੋਂ ਚੱਲੀ ਜਾਵਾਂਗੇ ਇਹ ਟਰਮ ਆਉਂਦੀ ਆ ਕਿ ਨਹੀਂ ਆਉਂਦੀ। ਸੋ ਸੇਮ ਐਜ਼ ਇਟ ਜਿੱਦਾਂ ਆਪਾਂ ਪਹਿਲਾਂ ਵਾਲੇ ਪ੍ਰੀਵੀਅਸ ਕੁਐਸਚਨ ਕੀਤੇ ਆ, A ਦੀ ਵੈਲਿਊ ਆਪਾਂ 11 ਲੈਟ ਕਰ ਲਈ, D A2 - A1 ਕਰ ਲਿਆ, ਕਾਮਨ ਡਿਫਰੈਂਸ ਫਾਈਂਡ ਆਊਟ ਕਰ ਲਿਆ। ਟਸ ਕੰਸੀਡਰ ਕਿ ਆਪਾਂ ਕਰਕੇ ਚੱਲੇ ਹਾਂ ਵੀ ਜਿਹੜੀ ਇਹ ਵੈਲਿਊ ਆ ਕਿਸੇ nth ਟਰਮ 'ਤੇ ਜਾ ਕੇ ਆਊਗੀ। ਫਿਰ ਸਪੋਜ਼ ਕਰਿਆ, ਸੋ nth ਜਰਨਲ ਟਰਮ ਫਾਰਮੂਲਾ ਲਗਾਤਾ, ਸੋ nth ਦੀ ਵੈਲਿਊ ਭਰਤੀ, A ਦੀ ਵੈਲਿਊ ਆਪਾਂ ਨੂੰ ਗਿਵਨ ਆਪਾਂ ਫਾਈਂਡ ਆਊਟ ਕਰ ਲਈ। ਸੋ D ਦੀ ਵੈਲਿਊ ਫਾਈਂਡ ਆਊਟ ਕਰ ਲਈ, ਉੱਥੋਂ ਆਪਾਂ ਕਾਹਦੀ ਵੈਲਿਊ ਫਾਈਂਡ ਆਊਟ ਕਰ ਲਈ, n ਦੀ ਵੈਲਿਊ ਫਾਈਂਡ ਆਊਟ ਕਰ ਲਈ। n ਇਟ ਇਜ਼ ਨਾਟ ਇਨ ਅ ਟਰਮ
ਇਟ ਇਜ਼ ਨਾਟ ਇਨ ਟਰਮ ਹੋਲ ਨੰਬਰ। ਇਹ ਜਿਹੜੀ ਟਰਮ ਆਈ ਹੈ n ਦੀ ਵੈਲਿਊ ਆਪਣੇ ਲਵੇ, ਇਹ ਕਿਹਦੀ ਟਰਮ ਦੇ ਵਿੱਚ ਨਹੀਂ ਹੈਗੀ, ਹੋਲ ਨੰਬਰਸ ਦੀ। ਜੇਕਰ ਹੋਲ ਨੰਬਰਸ ਦੀ ਟਰਮ ਦੇ ਵਿੱਚ ਨਹੀਂ ਹੈਗੀ, ਸੋ ਗਿਵਨ ਟਰਮ ਇਜ਼ ਨਾਟ ਅ ਟਰਮ ਆਫ ਗਿਵਨ AP। ਸੋ ਇਹ ਗਿਵਨ AP ਦੀ ਇਹ ਟਰਮ ਨਹੀਂ ਹੈਗੀ, ਕਿਉਂਕਿ ਇਹ ਇੱਕ ਕਾਹਦੇ ਵਿੱਚ ਆਈ ਆ, ਫਰੈਕਸ਼ਨ ਦੇ ਵਿੱਚ ਆਈ ਆ। ਸੋ ਜੇਕਰ ਹੋਲ ਨੰਬਰਸ ਦੇ ਵਿੱਚ ਆਉਂਦੀ ਤਾਂ ਆਪਾਂ ਮੰਨਦੇ ਵੀ ਇਹ ਜਿਹੜੀ AP ਸੀਰੀਜ਼ ਦੀ ਇਹ ਟਰਮ ਹੈ ਜਿਹੜੀ ਇਹਦੇ ਵਿੱਚ ਇਨਕਲੂਡ ਕਰਦੀ ਆ। ਸੋ ਇਸ ਤੋਂ ਬਾਅਦ ਆਪਣਾ ਨੈਕਸਟ ਕੁਐਸਚਨ ਹੈਗਾ 7th। ਫਾਈਂਡ ਦੀ 31th term of an AP whose 11th term is 38 and 16th term is 73। ਸੋ ਇਹਦੇ ਅਕੋਰਡਿੰਗ ਆਪਾਂ ਨੂੰ ਕਿਹਾ ਗਿਆ ਵੀ ਉਹਨਾਂ ਨੇ 31ਵੀਂ ਟਰਮ ਆ ਜਿਹੜੀ ਉਹ ਆਪਾਂ ਫਾਈਂਡ ਕਰਨੀ ਆ ਉਹ AP ਦੀ, ਉਹਦੀ 11th term is 38 and 16th term is 73। ਇਹ ਆਪਾਂ ਨੂੰ ਗਿਵਨ ਆ। ਸੋ 11th ਟਰਮ ਆਪਣਾ 38 ਆ, 16th 73 ਆ। ਸੋ ਅਕੋਰਡਿੰਗ ਟੂ ਕਿਹਦੇ ਜਨਰਲ ਫਾਰਮੂਲਾ ਦੇ ਅਕੋਰਡਿੰਗ ਆਪਾਂ ਨੂੰ ਇਹ ਫਾਰਮੂਲਾ ਪਤਾ ਉਹਦਾ ਹੁੰਦਾ, ਉਹਦੇ ਅਕੋਰਡਿੰਗ ਆਪਾਂ A11 ਹੈ ਜਿਹੜੀ A + 10D ਲਿਖ ਸਕਦੇ ਇਹਨਾਂ ਨੂੰ। ਜੇਕਰ ਆਪਾਂ 11 n ਦੀ ਵੈਲਿਊ ਹੈ ਜਿਹੜੀ an ਇੱਥੇ 11 ਭਰੀਏ, A + 11 - 1 ਕਰੀਏ 10D ਆ ਜਾਊਗਾ। ਸੋ A + 10D = ਕਿੰਨਾ 38 ਆ ਗਿਆ। ਸੋ A + ਇਸ ਤਰ੍ਹਾਂ ਸੇਮ ਐਜ਼ ਇਟ A + 15D ਆ ਗਿਆ = 73 ਆ ਗਿਆ। ਸੋ ਇਹਨਾਂ ਦੇ ਇੱਥੇ ਆਪਾਂ ਕੀ ਕੀਤਾ, ਸਾਈਨ ਚੇਂਜ ਕਰਤੇ। ਸੋ ਕੈਂਸਲ ਆਊਟ ਹੋ ਕੇ A ਨਾਲ A ਕੈਂਸਲ ਹੋ ਗਿਆ। 5D = 35 ਮਾਈਨਸ ਦਾ ਸਾਈਨ ਆ ਜਾਣਾ ਇਹਨੂੰ, ਇਹਦੇ 'ਚੋਂ ਸਬਸਟ੍ਰੈਕਟ ਕਰਕੇ ਮਾਈਨਸ ਦਾ ਸਾਈਨ ਆ ਜਾਣਾ। D ਦੀ ਵੈਲਿਊ 7 ਆ ਗਈ। ਸੋ D ਦੀ ਵੈਲਿਊ ਸਬਸਟੀਟਿਊਟ ਕਰ ਦਾਂਗੇ ਕਿਸੇ ਇਕੁਏਸ਼ਨ 1 ਦੇ ਵਿੱਚ, ਕਿਸੇ ਯਾਨੀ 1 ਇਕੁਏਸ਼ਨ ਦੇ ਵਿੱਚ ਕੀ ਕਰ ਦਾਂਗੇ, ਫਿਲ ਅਪ ਕਰ ਦਾਂਗੇ। ਉੱਥੋਂ ਕਾਹਦੀ ਗੈਟ ਕਰ ਲਾਂਗੇ ਵੈਲਿਊ, -32 A ਦੀ ਵੈਲਿਊ। ਸੋ ਨਾਓ ਵੀ ਵਿਲ ਫਾਈਂਡ 31th ਟਰਮ ਆਫ ਗਿਵਨ AP ਦੀ। n = 31 ਆਪਾਂ ਨੂੰ ਪਤਾ ਵੀ 31th ਟਰਮ ਹੈ ਜਿਹੜੀ ਉਹ ਫਾਈਂਡ ਕਰਨੀ, ਉਹ ਕਿਹੜੀ ਆਊਗੀ, nth ਟਰਮ ਉਹ ਕਿਹੜੀ ਆਊਗੀ 31ਵੇਂ ਨੰਬਰ 'ਤੇ। ਸੋ A31 = A + 31 - 1D। ਸੋ A ਦੀ ਵੈਲਿਊ ਪੁੱਟ ਕਰਤੀ, 31 ਦੇ ਵਿੱਚ 1 ਮਾਈਨਸ ਕੀਤਾ 30 D ਦੀ ਆਪਣੀ ਕਾਮਨ ਡਿਫਰੈਂਸ 7 ਸੀਗਾ। ਸੋ ਇਸ ਤੋਂ ਬਾਅਦ ਇਹ ਆਪਣੀ 31ਵੀਂ ਟਰਮ ਆ ਜਿਹੜੀ ਉਹ ਕਿਹੜੀ ਆਉਣੀ ਸੀ, 178 ਆਉਣੀ ਸੀ। 31ਵੇਂ ਨੰਬਰ 'ਤੇ ਜਾ ਕੇ 178 ਟਰਮ ਆਉਣੀ ਸੀ। ਇਸ ਤੋਂ ਬਾਅਦ ਨੈਕਸਟ ਕੁਐਸਚਨ ਆਪਣਾ ਹੈਗਾ, ਕਹਿੰਦਾ ਫਾਈਂਡ an AP consists of 50 terms of which 13th term is 12 and the last term is 106। find the 29ਵੀਂ term, find the 29th term। ਸੋ 29ਵੀਂ ਟਰਮ ਆਪਾਂ ਫਾਈਂਡ ਕਰਨੀ ਆ। 29ਵੀਂ ਟਰਮ ਆਪਾਂ ਫਾਈਂਡ ਕਰਨੀ ਆ। ਸਾਨੂੰ ਕਹਿਤਾ ਵੀ ਕੋਈ AP ਆ ਜਿਹੜੀ 15th ਟਰਮਸ ਦੇ ਨਾਲ ਬਣੀ ਹੋਈ ਹੈ, ਜਿਹਦੀ ਥਰਡ ਟਰਮ 12 ਆ, ਲਾਸਟ ਟਰਮ 106 ਆ, ਅਤੇ 29ਵੀਂ 29th ਟਰਮ ਆ ਜਿਹੜੀ ਉਹ ਆਪਾਂ ਕੀ ਕਰਨੀ ਆ, ਫਾਈਂਡ ਕਰਨੀ ਆ। ਸੋ ਉਹਦੇ ਅਕੋਰਡਿੰਗ ਸੇਮ ਕੁਐਸਚਨ ਰਾਈਟ ਕਰਨ ਤੋਂ ਬਾਅਦ ਗਿਵਨ ਦੈਟ ਆਪਾਂ ਨੂੰ ਕੀਤਾ ਹੋਇਆ ਨੰਬਰ ਆਫ AP ਕੰਸਿਸਟ ਮੀਨਸ ਕਿੰਨੀਆਂ ਟਰਮਸ ਦੇ ਨਾਲ ਬਣੀ ਹੋਈ ਆ, 50 ਟਰਮ ਦੇ ਨਾਲ। ਇਹ 3 ਆਪਣਾ ਥਰਡ ਟਰਮ ਕਿੰਨੀ ਆ, ਕੋਈ ਆਪਣੀ 12 ਆ, ਲਾਸਟ ਟਰਮ ਕਿੰਨੀ ਆ, ਕੋਈ 106 ਆ। ਫਾਈਂਡ ਕੀ ਕਰਨੀ ਆ 29th ਟਰਮ। ਇਹ ਤੇ ਕੁਐਸਚਨ ਮਾਰਕ ਲਾਤਾ। ਹੇਅਰ A3 ਮੀਨ ਥਰਡ ਟਰਮ 12 ਆ ਉਹ ਲਿਖਤੀ। ਇਸ ਤੋਂ ਬਾਅਦ A3 = 12 ਨੂੰ ਆਪਾਂ ਕਿਸ ਫਾਰਮ ਦੇ ਵਿੱਚ A + 2D ਲਿਖ ਸਕਦੇ ਹਾਂ = 12 ਵਿਦ ਦੀ ਹੈਲਪ ਆਫ ਕਿਹਦੇ ਜਨਰਲ ਫਾਰਮੂਲਾ। ਫਰਦਰ A50 ਸੀ ਜਿਹੜੀ = L = 106। ਇਹਨੂੰ ਕਨਵਰਟ ਕਿੱਦਾਂ ਕਰਤਾ, A + 14 9D = 16। ਇਹਨਾਂ ਦੋਵਾਂ ਨੂੰ ਕੰਪੇਅਰ ਕਰ ਲਓ। ਫਰੋਮ 1 and 2 ਤੋਂ ਉੱਥੋਂ ਆਪਾਂ ਕੈਂਸਲ ਆਊਟ ਕਰਕੇ ਸਾਈਨ ਚੇਂਜ ਕਰਕੇ ਇਹਨਾਂ ਦੀ D ਦੀ ਵੈਲਿਊ ਫਾਈਂਡ ਆਊਟ ਹੋ ਗਈ। D ਦੀ ਵੈਲਿਊ ਫਾਈਂਡ ਆਊਟ ਸਬਸਟੀਟਿਊਟ ਕਰ ਦਿਓ ਦਿਸ ਵੈਲਿਊ ਇਨ ਇਕੁਏਸ਼ਨ 1 ਵੀ ਗੈਟ। ਅੱਗੇ ਆਪਾਂ ਕੀ ਗੈਟ ਕਰਦੇ ਹਾਂ, A ਦੀ ਵੈਲਿਊ ਗੈਟ ਕਰ ਲੈਂਦੇ ਹਾਂ। D ਨੂੰ ਇਸ ਇੱਕ ਇਕੁਏਸ਼ਨ ਦੇ ਵਿੱਚ ਇਹਦੇ ਉੱਪਰਲੀ 'ਚ ਭਰ ਦਿਓ, ਨੀਚੇ ਵਾਲੀ 'ਚ ਭਰ ਦਿਓ। ਸੋ ਉੱਥੋਂ A ਦੀ ਵੈਲਿਊ ਕੀ ਹੋ ਜੂਗੀ, ਗੈਟ ਹੋ ਜੂਗੀ। D ਦੀ ਜਗ੍ਹਾ 'ਤੇ ਭਰ ਦਾਂਗੇ D ਦੀ ਵੈਲਿਊ ਨੂੰ, D ਦੀ ਜਗ੍ਹਾ 'ਤੇ। ਸੋ ਇਸ ਤੋਂ ਬਾਅਦ A ਦੀ ਵੈਲਿਊ ਕੱਟ ਕਰ ਲਈ, D ਦੀ ਵੈਲਿਊ ਕੱਟ ਕਰ ਲਈ। ਹੁਣ ਆਪਾਂ ਫਾਈਂਡ ਆਊਟ ਕਰਨੀ ਹੈ 29th ਟਰਮ। 29th ਟਰਮ ਜੇਕਰ ਗੈਟ ਕਰਨੀ ਆ ਤਾਂ ਇਹ 29th A + 29 - 1D। A ਤੇ D ਦੀ ਵੈਲਿਊ ਭਰ ਦਿਓ। 29 ਦੇ ਵਿੱਚ 1 ਮਾਈਨਸ ਕੀਤਾ 28। ਸੋ ਇਹ 29th ਟਰਮ ਆ ਜਿਹੜੀ ਆਪਣੀ 64 ਆ। ਇਸ ਤੋਂ ਬਾਅਦ ਲਾਸਟ ਕੁਐਸਚਨ ਤੁਹਾਡਾ ਕੀ ਆ, ਇਫ ਦੀ ਥਰਡ ਐਂਡ 9th ਟਰਮ ਆਫ ਐਨ AP are 4 and -8 ਰਿਸਪੈਕਟਿਵਲੀ ਵਿਚ ਟਰਮ ਆਫ ਦਿਸ AP is 0। ਕਹਿੰਦਾ ਵੀ ਥਰਡ ਤੇ 9th ਟਰਮ ਹੈ ਜਿਹੜੀ AP ਦੀ ਉਹ 4 ਤੇ -8 ਆ ਰਿਸਪੈਕਟਿਵਲੀ ਵਿਚ ਟਰਮ ਆਫ ਦਿਸ AP ਦੀ ਉਹ ਕਿਹੜੀ ਟਰਮ ਹੈ ਜਿਹੜੀ 0 ਹੋਊਗੀ। ਥਰਡ ਟਰਮ 4 ਲਿਖ ਲਈ, 9th ਟਰਮ ਆ ਜਿਹੜੀ ਉਹ ਕੀ ਸੀ -8। ਜਨਰਲ ਫਾਰਮ ਦੇ ਅਕੋਰਡਿੰਗ ਇਹਨਾਂ ਨੂੰ ਇਸ ਫਾਰਮ ਦੇ ਵਿੱਚ ਕਨਵਰਟ ਕਰ ਲਿਆ। ਫਿਰ ਉੱਥੋਂ D ਦੀ ਵੈਲਿਊ ਫਾਈਂਡ ਆਊਟ ਕਰ ਲਈ। ਪੁੱਟ ਦਿਸ ਵੈਲਿਊ ਇਨ ਇਕੁਏਸ਼ਨ 1। ਇਸ ਇੱਕ ਦੇ ਵਿੱਚ ਭਰ ਕੇ ਆਪਾਂ A ਦੀ ਵੈਲਿਊ ਫਾਈਂਡ ਆਊਟ ਕਰ ਲਈ। ਸੋ ਇਸ ਤੋਂ ਬਾਅਦ ਆਪਾਂ ਲੈਟ ਕੀ ਕਰਕੇ ਚੱਲਾਂਗੇ, ਜੋ ਉਹਨਾਂ ਨੇ ਕਿਹਾ ਵੀ ਵਿਚ ਟਰਮ ਆਫ ਦਿਸ AP is 0, ਕਿਹੜੀ ਟਰਮ AP ਦੀ 0 ਆ, ਤਾਂ ਇਹ nth ਨੂੰ ਆਪਾਂ 0 ਫਾਈਂਡ ਲੈਟ ਕਰ ਲਿਆ। ਤਾਂ ਉੱਥੇ an ਦਾ ਫਾਰਮੂਲਾ ਲਾ ਕੇ nth ਦੀ ਵੈਲਿਊ 0 ਭਰਤੀ, A ਤੇ D ਦੀ ਵੈਲਿਊ ਭਰਤੀ, n ਨੂੰ ਸੇਮ ਐਜ਼ ਇਟ ਰੱਖ ਕੇ ਉੱਥੋਂ ਗੈਟ ਕਾਹਦੀ ਵੈਲਿਊ ਕਰ ਲਈ, n ਦੀ।
ਸੋ ਫਿਫਥ ਟਰਮ ਆਫ ਦੀ ਗਿਵਨ AP ਇਜ਼ 0। ਸਾਨੂੰ ਕੀ ਪਤਾ ਲੱਗਾ ਫਿਫਥ ਟਰਮ ਹੈ ਜਿਹੜੀ ਉਹ 0। ਸੋ ਅੱਜ ਲਈ ਇੰਨੀ ਬਹੁਤਾ। ਸੋ ਥੈਂਕਸ ਫॉर ਟੂਡੇ।